मान लो सरकार ਤੁਹਾਡੀ ਬਣਦੀ ਹੈ ਤਾਂ ਉਹਨਾਂ ਦਾ ਐਜੂਕੇਸ਼ਨ ਦਾ ਕੀ ਪ੍ਰਬੰਧ ਹੈ। ਤੁਸੀਂ ਦੇਖ ਰਹੇ ਹੋ ਕਿ ਸਾਡੇ ਸਾਹਮਣੇ ਜਿੰਨੇ ਲੋਕ ਬੈਠੇ ਨੇ ਇਹਨਾਂ ਦੇ ਜਿਹੜੇ ਲੜਕੇ ਲੜਕੀਆਂ ਨੇ ਉਹ ਸਾਡੇ ਨਾਲ ਤੁਰਨਾ ਨਹੀਂ ਚਾਹੁੰਦੇ। ਵੋਟਾਂ ਦੇ ਦਿਨਾਂ 'ਚ ਸਾਨੂੰ ਤੁਸੀਂ ਗੁੰਮਰਾਹ ਕਰਕੇ ਵੋਟਾਂ ਲੈ ਕੇ ਤੁਸੀਂ ਸਾਨੂੰ ਵੋਟਾਂ ਪਵਾ ਦਿੰਦੇ ਆ ਬਈ ਤੇ ਬਾਅਦ ਦੇ ਵਿੱਚ ਸਾਨੂੰ ਕੋਈ ਨਹੀਂ ਪੁੱਛਦਾ। ਲੋਕ ਇਲਾਜ ਕਿੱਥੋਂ ਕਰਵਾਉਣ? ਲੋਕਾਂ ਨੂੰ ਜਦੋਂ ਸਿਰ ਵੀ ਦੁਖਦਾ ਤਾਂ ਪ੍ਰਾਈਵੇਟ ਹਸਪਤਾਲਾਂ ਜਾਂ ਡਿਸਪੈਂਸਰੀਆਂ ਦੇ ਵਿੱਚ ਇਲਾਜ ਕਰਵਾਉਣਾ ਪੈਂਦਾ। ਕੀ ਨੀਤੀ ਕੀ ਪਾਲਿਸੀ ਹੋਏਗੀ ਤੁਹਾਡੀ ਸਰਕਾਰ ਬਣਦੀ? ਤੇ ਮੈਂ ਤੁਹਾਨੂੰ ਕੁਐਸਚਨ ਕਰਦੀ ਆ, ਜਿਹੜੇ ਸਾਡੇ ਆਏ ਹੋਏ ਆ ਬਹੁਤ ਰਿਸਪੈਕਟਡ, ਇਹਨਾਂ ਦਾ ਬਹੁਤ ਤਜਰਬਾ ਆ, ਉਹਨਾਂ ਨੂੰ ਇਹੀ ਕੁਐਸਚਨ ਆ ਵੀ ਜਿਹੜੇ 35 40 ਬੱਚੇ ਆ ਉਹਨਾਂ ਨੂੰ ਮੈਂ ਰੋਜ਼ ਖਿੱਚਦੀ ਆ, ਤੁਸੀਂ ਰਾਈਟਿੰਗ ਨਹੀਂ ਸੋਹਣੀ ਕੀਤੀ, ਤੁਸੀਂ ਪੜ੍ਹੇ ਨਹੀਂ। ਉਹ ਤਾਂ ਇਦਾਂ ਕਹਿੰਦੇ ਆ ਕਿ ਸਾਡੀ ਮੈਡਮ ਨੂੰ ਕਿਹੜਾ ਨੌਕਰੀ ਮਿਲ ਗਈ। ਚਲੋ ਮੈਂ ਦੱਸਦੀ ਤੁਹਾਨੂੰ, ਮੈਂ BSc ਨੌਨ ਮੈਡੀਕਲ ਆ, B.Ed ਆ, PGDC ਆ, MSc IT ਆ। ਹੋਰ ਜਦੋਂ ਤੱਕ ਸਾਹ ਆ, ਜਦੋਂ ਤੱਕ ਚੱਲਦੇ ਰਹਿਣਗੇ, ਇੱਛਾਵਾਂ ਰਹਿਣਗੀਆਂ, ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਧੀ ਨੂੰ ਮਾਂ ਬੱਸ ਅੱਡੇ ਤੱਕ ਬੱਸੇ ਚੜਾਉਣ ਦੇ ਵਾਸਤੇ ਮਾਂ ਨਾਲ ਜਾਂਦੀ ਆ, ਧੀ ਨੂੰ ਨਾਲ ਜਾਂਦੀ ਹੈ, ਧੀ ਨੂੰ ਕਿ ਮੈਂ ਬੱਸ ਅੱਡੇ ਦੇ ਵਿੱਚ ਚੜ ਕੇ ਆਵਾਂ, ਰਸਤੇ ਦੇ ਵਿੱਚ ਮੈਂ ਨਾਲ ਜਾਂਦੀ ਆ, ਤੇ ਕਿਸ ਜਿਗਰੇ ਦੇ ਨਾਲ ਉਹ ਮਾਪੇ, ਕਿਸ ਜਿਗਰੇ ਦੇ ਨਾਲ ਉਹ ਮਾਪੇ ਆਪਣੀ ਧੀ ਨੂੰ 에ਅਰਪੋਰਟ ਤੇ ਚੜ ਕੇ ਕਹਿ ਦਿੰਦੇ ਨੇ, ਜਾ ਧੀਏ ਤੇਰਾ ਰੱਬ ਰੱਖਾ। ਸਾਡੇ ਪੰਜਾਬ ਦੇ ਵਿੱਚ 2200 ਸਕੂਲ ਇਦਾਂ ਦਾ ਆ ਜਿੱਥੇ ਇੱਕ ਵੀ ਅਧਿਆਪਕ ਨਹੀਂ ਹੈ। ਕਲਾਸਾਂ 7ਵੀਂ ਤੱਕ ਨੇ, ਬੱਚੇ ਉੱਥੇ ਜਾਂਦੇ ਨੇ। ਉਹ ਮੰਨ ਲਓ ਸਰਕਾਰ ਤੁਹਾਡੀ ਬਣਦੀ ਹੈ, ਉਹਦੇ ਲਈ ਕੀ ਹੱਲ ਹੈ ਤੁਹਾਡੇ ਕੋਲ ਤਾਂ ਕਿ ਲੋਕ ਜਿਹੜੇ ਆ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਦੇਸ਼ ਦਾ ਚੰਗਾ ਨਾਗਰਿਕ ਬਣਵਾ ਸਕਣ? ਕੁਐਸਚਨ ਇੱਕ ਪੁੱਟ ਕਰਦੇ ਕਿ ਇੰਨੇ ਕੁ ਬੱਚੇ ਆ ਸਾਡੇ ਤੇ ਭਰੋਸਾ ਕਰਕੇ ਪੇਰੈਂਟਸ ਸਾਨੂੰ ਮੂੰਹ ਮੰਗੀ ਫੀਸ ਦਿੰਦੇ ਆ। ਬਸ ਇਹ ਚੀਜ਼ ਦੀ ਦਿਲ ਦੇ ਵਿੱਚ ਰਹਿੰਦੀ ਕਿ ਜਦੋਂ ਬੱਚੇ ਕਹਿੰਦੇ ਨਾ ਅਸੀਂ +2 ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾਣਾ ਆ, ਤੇ ਦਿਲ ਨੂੰ ਬੜੀ ਤਕਲੀਫ ਹੁੰਦੀ ਵੀ ਅਸੀਂ ਕਿਹੜੇ ਹੌਸਲੇ ਦੇ ਨਾਲ ਉਹਨਾਂ ਨੂੰ ਰੋਕੀਏ ਇੱਥੇ। ਸਰ ਮੈਂ MA ਕੀਤੀ ਹੋਈ ਆ, MA ਪੰਜਾਬੀ, BA B.Ed M.Ed ਕੀਤੀ ਹੋਈ ਆ ਮੈਂ। ਤੇ ਸਰ ਸਾਡੀ ਨੀਡ ਇਹੀ ਆ ਕਿ ਸਾਨੂੰ ਜੌਬ ਦਿਓ, ਸਾਨੂੰ ਫ੍ਰੀ ਆਫ ਕਾਸਟ ਜੋ ਤੁਸੀਂ ਚੀਜ਼ਾਂ ਦਿੰਦੇ ਉਹਨਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ। ਖੇਰਾ ਸਾਹਿਬ ਤੇ ਅੱਜ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ, ਔਜਲਾ ਸਾਹਿਬ ਤੁਹਾਡੇ ਸਾਹਮਣੇ ਕਿ ਲੋਕ ਬੱਚਿਆਂ ਨੇ, ਮਾਪਿਆਂ ਨੇ ਪੱਲੀਆਂ ਕੱਛਾਂ 'ਚ ਦੇ ਕੇ, ਦਾਤੀਆਂ ਕੱਛਾਂ 'ਚ ਦੇ ਕੇ, ਦਿਹਾੜੀ ਕਰਕੇ, ਮਜ਼ਦੂਰੀ ਕਰਕੇ, ਕਬਾੜ ਦਾ ਕੰਮ ਕਰਕੇ ਆਪਣੇ ਬੱਚੇ ਦਾ ਪੜਾਇਆ। ਪਰ ਅਫਸੋਸ ਹੁਣ ਉਹ ਕੰਨ ਕੀ ਤੇ ਲੜਕੀ ਨੇ, ਸਾਡੀ ਧੀ ਨੇ, ਸਾਡੀ ਬੱਚੀ ਨੇ ਦੁਹਾਈ ਪਾ ਕੇ ਕਿਹਾ ਜਦੋਂ ਅਸੀਂ ਬੱਚਿਆਂ ਨੂੰ ਪੜਾਉਂਦੇ ਆ ਉਹ ਬੱਚੇ ਸਵਾਲ ਕਰਦੇ ਆ, ਤੂੰ ਕਿਹੜਾ ਮਾਸਟਰ ਨਹੀਂ ਲੱਗ ਗਈ, 3500 ਤੇ ਹੀ ਆ। ਜਿੱਥੇ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ ਸੁਪਨਾ, ਮਿਸ਼ਨਰੀ ਲੋਕ, ਔਜਲਾ ਸਾਹਿਬ, ਗੜਾ ਸਾਹਿਬ, ਪੰਮੀ ਰੁੜਕਾ, ਤੀਰਥ ਰਾਜਪੁਰਾ ਜੀ, ਸਾਰਿਆਂ ਨੇ ਸਮਝਾ ਕੇ ਹੁਣ ਤੱਕ ਇਹ ਕਿਹਾ ਕਿ ਪੜ੍ਹ ਲਓ। ਇੱਥੇ ਤੱਕ ਸਮਾਜ ਨੂੰ ਲੈ ਕੇ ਆਏ ਆ। ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਬਣਾਏ ਹੋਏ MLA ਵਿਧਾਇਕਾਂ ਦੇ ਸਿਰ ਲਾਂਭਾ ਨਾ ਚੱਲ ਜਵੇ ਬਈ ਲੋਕਾਂ ਨੇ ਤਾਂ ਪੜ੍ਹਾ ਲਏ ਸੀਗੇ ਪਰ ਸਾਡੇ ਕੋਲੋਂ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਹੋਈਆਂ। ਹਾਲਾਤ ਸਾਰਿਆਂ ਦੇ ਮੰਦੇ ਨੇ, ਕੋਵਿਡ ਲੰਘ ਕੇ ਗਿਆ, ਇੰਡਸਟਰੀ ਵਾਲੇ ਵੀ ਆਪਣੀਆਂ ਸਮੱਸਿਆਵਾਂ ਦੱਸੀਆਂ, ਮਜ਼ਦੂਰ ਲੇਬਰਮੈਨ ਬੜੇ ਔਖੇ ਨੇ। ਲੋਕਾਂ ਦੇ ਮੰਨ ਲਓ ਸਰਕਾਰ ਤੁਹਾਡੀ ਬਣਦੀ ਹੈ ਤਾਂ ਉਹਨਾਂ ਦਾ ਐਜੂਕੇਸ਼ਨ ਦਾ ਕੀ ਪ੍ਰਬੰਧ ਹੈ? ਜਿਵੇਂ ਹਰ ਇੱਕ ਨੂੰ ਆਪਣੀ ਜੇਬ ਦੇ ਵਿੱਚੋਂ ਔਖੇ ਹੋ ਕੇ ਪ੍ਰਾਈਵੇਟ ਜਿਹੜੀ ਵਿੱਦਿਆ ਹੈ ਉਹ ਬੱਚਿਆਂ ਨੂੰ ਕਰਵਾਉਣੀ ਪੈ ਰਹੀ ਹੈ। ਇਹ ਮੇਰਾ ਪਹਿਲਾ ਸਵਾਲ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਤੁਹਾਡੀ ਸਰਕਾਰ ਬਣਦੀ ਹੈ ਤੇ ਲੋਕਾਂ ਲਈ ਐਜੂਕੇਸ਼ਨ ਦਾ ਕੀ ਪ੍ਰਬੰਧ ਹੋਏਗਾ? ਬੇਸਿਕਲੀ ਕੀ ਹੈ, ਪ੍ਰਾਈਵੇਟ ਕਿਉਂ ਪੜ੍ਹਾ ਰਹੇ ਹੋ ਤੁਸੀਂ? ਕਿਉਂਕਿ ਸਰਕਾਰੀ ਸਕੂਲ ਦਾ ਸਿਸਟਮ ਕੋਲੈਪਸ ਹੈ। ਕਿਉਂ ਕੋਲੈਪਸ ਹੈ? ਉਹਦਾ ਕਾਰਨ ਹੈ ਕਿਤੇ 3 ਕਮਰਿਆਂ ਦਾ ਸਰਕਾਰੀ ਸਕੂਲ ਹੈ, ਕਿਤੇ 4 ਕਮਰਿਆਂ ਦਾ ਸਰਕਾਰੀ ਸਕੂਲ ਹੈ, ਕਿਤੇ 2 ਟੀਚਰ ਹੈ। ਕੀ ਮੈਥਸ ਦਾ ਟੀਚਰ ਜਿਓਗ੍ਰਾਫੀ ਪੜ੍ਹਾ ਸਕਦਾ ਹੈ? ਕਿ ਜਿਓਗ੍ਰਾਫੀ ਦਾ ਟੀਚਰ ਸਾਇੰਸ ਪੜ੍ਹਾ ਸਕਦਾ ਹੈ? ਇੱਥੇ ਤਾਂ ਖਾਨਾ ਪੂਰਤੀ ਕੀਤੀ ਹੈ ਕਿ 3 ਕਮਰੇ 4 ਕਮਰੇ ਦਾ ਸਕੂਲ ਹੈ, 1 ਟੀਚਰ ਹੋਊਗਾ, 2 ਟੀਚਰ ਹੋਣਗੇ, ਉਹਨਾਂ ਨੂੰ ਟਾਈਮ। ਇਹਦਾ ਇੱਕੋ ਇੱਕ ਇਲਾਜ ਹੈ, ਮੈਗਾ ਸਕੂਲਸ। 25,000 ਆਬਾਦੀ ਦੇ ਅੰਦਰ 5,000 ਬੱਚੇ ਦਾ ਮੈਗਾ ਸਕੂਲ, ਜਿੱਥੇ ਹਰ ਕਿਸਮ ਦੇ ਟੀਚਰ, ਉਹਦਾ ਰਹਿਣ ਦਾ ਇੰਤਜ਼ਾਮ ਹੀ ਉੱਥੇ ਹੋਵੇ, ਟੀਚਰ ਕੁਆਲਿਟੀ ਉਹਦੇ ਸਟਾਫ ਨੂੰ ਉੱਥੇ ਤਾਂ ਕੁਆਲਿਟੀ ਆਊਗੀ।
जिथे सारिया लैबोरेटरी होंगे, सारे टीचर होंगे। ऐ नहीं है कि कला 2 कमरे इत्थे 3 कमरे उत्ते। जिन्ना तक आ नहीं करते, सरकारी सिस्टम इंप्रूव कर होगा, अपने आप ही प्राइवेट करूगा। ਤੁਸੀਂ ਦੇਖ ਰਹੇ ਹੋ ਕਿ ਸਾਡੇ ਸਾਹਮਣੇ ਜਿੰਨੇ ਲੋਕ ਬੈਠੇ ਨੇ, ਇਹਨਾਂ ਦੇ ਜਿਹੜੇ ਲੜਕੇ ਲੜਕੀਆਂ ਨੇ ਉਹ ਸਾਡੇ ਨਾਲ ਤੁਰਨਾ ਨਹੀਂ ਚਾਹੁੰਦੇ। ਮੇਰੇ ਖੁਦ ਦੇ 2 ਬੇਟੇ ਆ, ਦੋਨਾਂ ਨੇ ਮਾਸਟਰ ਡਿਗਰੀਆਂ ਕੀਤੀਆਂ। ਇਹ ਜਿੱਥੇ ਆਪਾਂ ਬੈਠੇ ਇੱਥੇ ਆਲੇ ਦੁਆਲੇ 100 ਬੱਚਾ, ਸਾਡੇ ਪਿੰਡ ਦੇ ਵਿੱਚ 100 ਬੱਚਾ ਜਿਨੇ ਡਿਪਲੋਮਾ ਡਿਗਰੀ ਮਾਸਟਰ ਡਿਗਰੀ ਕੀਤੀ, 100 ਬੱਚੇ ਤੋਂ ਵੱਧ ਹੈ। ਉਹ ਸਾਡੇ ਨਾਲ ਤੁਰਨਾ ਨਹੀਂ ਚਾਹੁੰਦੇ ਵੀ ਤੁਸੀਂ ਪਹਿਲਾਂ ਵੋਟਾਂ ਦੇ ਦਿਨਾਂ 'ਚ ਸਾਨੂੰ ਤੁਸੀਂ ਗੁੰਮਰਾਹ ਕਰਕੇ ਵੋਟਾਂ ਲੈ ਕੇ ਤੁਸੀਂ ਸਾਨੂੰ ਵੋਟਾਂ ਪਵਾ ਦਿੰਦੇ ਆ ਬਈ, ਤੇ ਬਾਅਦ ਦੇ ਵਿੱਚ ਸਾਨੂੰ ਕੋਈ ਨਹੀਂ ਪੁੱਛਦਾ। ਤੇ ਅੱਜ ਜਿੰਨੀ ਨੌਜਵਾਨ ਪੀੜ੍ਹੀ ਹੈ ਉਹ ਸਵਾਲ ਸਾਨੂੰ ਕਰਦੀ ਹੈ ਵੀ ਤੁਸੀਂ ਦੱਸੋ ਵੀ 20 ਸਾਲਾਂ ਦੇ ਵਿੱਚ ਸਾਡੇ ਬੱਚੇ ਕਿੰਨੇ ਨੌਕਰੀ ਤੇ ਲਗਵਾਏ ਨੇ। ਤੇ ਉਹ ਬੱਚਿਆਂ ਦਾ ਜਿਹੜਾ ਸਵਾਲ ਸੀ, ਸਵੇਰ ਮੈਂ ਰਾਤ ਨਿੰਦੀ, ਮੈਂ ਭੁਪਿੰਦਰ ਸਿੰਘ ਜੀ, ਸੋਨੂ, ਮੈਂ, ਅਸੀਂ ਤਿੰਨਾਂ ਨੇ ਪੂਰੇ ਪਿੰਡ ਦੇ ਵਿੱਚ ਵਿਜ਼ਿਟ ਕੀਤਾ। ਜਿੰਨੇ ਨੌਜਵਾਨ ਮੁੰਡੇ ਸੀ ਅਸੀਂ ਸਾਰਿਆਂ ਨੂੰ ਸੱਦਾ ਦੇ ਰਹੇ ਸੀ ਤੇ ਸਾਰਿਆਂ ਦਾ ਸਵਾਲ ਇੱਕੋ ਹੀ ਸੀ ਕਿ ਤੁਸੀਂ ਇਹ ਦੱਸੋ ਵੋਟਾਂ ਅਸੀਂ ਪਾਵਾਂਗੇ ਵੀ ਤੁਸੀਂ ਕਿੰਨੇ ਮੁੰਡੇ ਕੁੜੀਆਂ ਜਿਹੜੇ ਉਹ ਸਰਕਾਰੀ ਜੌਬ ਤੇ ਲਵਾਏ ਨੇ। ਉਹਨਾਂ ਨੇ ਨਾਲੇ ਵੀ ਕਿਹਾ ਕਿ ਸਾਨੂੰ ਨੀਲੇ ਪੀਲੇ ਕਾਰਡਾਂ ਦੀ ਲੋੜ ਨਹੀਂ, ਅਸੀਂ ਜਦੋਂ ਸਾਡੀ 70-80 ਹਜ਼ਾਰ ਤਨਖਾਹ ਹੋਏਗੀ ਸਾਨੂੰ ਪਤਾ ਕਣਕ ਕਿੱਥੋਂ ਖਰੀਦਣੀ ਆ, ਅਸੀਂ ਦਾਲ ਕਿੱਥੋਂ ਖਰੀਦਣੀ, ਸਭ ਸਾਰੀਆਂ ਸਹੂਲਤਾਂ ਦਾ ਪਤਾ। ਪਰ ਅਫਸੋਸ ਦੀ ਗੱਲ ਇਹ, ਚਿੰਤਾ ਦੀ ਗੱਲ ਇਹ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਇਸ ਵੇਲੇ ਸਾਡੇ ਕੋਲੋਂ ਨਿਰਾਸ਼ ਹੈ। ਉਹ ਸਾਡੇ ਕਹੇ ਤੇ ਇੱਥੇ ਵੀ ਨਹੀਂ ਆਏ ਤਾਂ ਉਹ ਪਤਾ ਨਹੀਂ ਕਿੱਧਰ ਵੋਟਾਂ ਪਾਉਣਗੇ। ਉਹਨਾਂ ਦੀ ਜਿਹੜੀ ਮੰਗ ਹੈ, ਉਹਨਾਂ ਦੀ ਜਿਹੜੀ ਡਿਮਾਂਡ ਹੈ, ਉਹਨਾਂ ਦੀ ਜਿਹੜੀ ਸਮੱਸਿਆ ਹੈ ਉਹ ਬਹੁਤ ਗੰਭੀਰਤਾ ਵਾਲੀ ਆ। ਜੇ ਕਿਤੇ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮਿਲੇ ਨਾ, ਨੌਕਰੀਆਂ ਸਰਕਾਰੀ ਮਿਲਣ, ਤਾਂ ਸ਼ਾਇਦ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਪਿੰਡ ਕਹਿ ਦਈਏ ਵੀ ਚੌਧਰੀ ਸਾਹਿਬ ਪਿੰਡ ਨਾ ਆਇਓ ਬਈ, ਸਾਡੇ ਮੁੰਡਿਆਂ ਨੇ ਬੀੜਾ ਚੱਕ ਲਿਆ, ਸਾਡੇ ਮੁੰਡੇ ਕਹਿੰਦੇ ਵੀ ਇੱਕ ਵੋਟ ਜਿਹੜੀ ਹੈ ਉਹ ਅਸੀਂ ਜਿੱਥੇ ਤੁਸੀਂ ਕਹੋਗੇ ਉੱਥੇ ਪਾਵਾਂਗੇ। ਲੋਕ ਇਲਾਜ ਕਿੱਥੋਂ ਕਰਵਾਉਣ? ਲੋਕਾਂ ਨੂੰ ਜਦੋਂ ਸਿਰ ਵੀ ਦੁਖਦਾ ਤਾਂ ਪ੍ਰਾਈਵੇਟ ਹਸਪਤਾਲਾਂ ਜਾਂ ਡਿਸਪੈਂਸਰੀਆਂ ਦੇ ਵਿੱਚ ਹੀ ਇਲਾਜ ਕਰਵਾਉਣਾ ਪੈਂਦਾ। ਕੀ ਨੀਤੀ, ਕੀ ਪਾਲਿਸੀ ਹੋਏਗੀ ਤੁਹਾਡੀ ਸਰਕਾਰ ਬਣਦੀ ਤੇ ਸਿਹਤ ਸਹੂਲਤਾਂ ਨੂੰ ਲੈ ਕੇ? ਤੁਸੀਂ ਹਰ ਡਿਸਟ੍ਰਿਕਟ 'ਚ ਇੱਕ ਮੈਡੀਕਲ ਕਾਲਜ ਖੋਲੋ। ਉਹਦਾ ਰੀਜ਼ਨ ਕੀ ਹੈ? ਹਰ ਮੈਡੀਕਲ ਕਾਲਜ ਦਾ ਮਿਨੀਮਮ 500 ਬੈੱਡ ਦਾ ਹਸਪੀਟਲ ਚਾਹੀਦਾ ਉਹਦੇ ਵਾਸਤੇ, ਮੈਡੀਕਲ ਕਾਲਜ ਵਾਸਤੇ। ਸੋ 500 ਬੈੱਡ ਦਾ ਤੁਹਾਡੇ ਹਸਪੀਟਲ ਆ ਜਾਊਗਾ। ਉਹਦੇ ਸਾਰੇ ਮੈਡੀਕਲ ਕਾਲਜ ਦੇ ਰੇਟ ਗਵਰਨਮੈਂਟ ਰੇਟ ਹੈ, ਫ੍ਰੀ ਹੁੰਦੇ, क्योंकि एजुकेशन इंस्टीट्यूट है, क्योंकि मेडिकल कॉलेज है, स्टूडेंट्स है, सारे डॉक्टर होंगे उत्थे ट्रेन करने वास्ते, सारी इक्विपमेंट होगी ते थानू ऑटोमैटिकली थोड़ा सिस्टम ठीक होता है। ਮੈਂ ਤੁਹਾਨੂੰ ਕੁਐਸਚਨ ਕਰਦੀ ਆ, ਜਿਹੜੇ ਸਾਡੇ ਆਏ ਹੋਏ ਆ ਬਹੁਤ ਰਿਸਪੈਕਟਡ, ਇਹਨਾਂ ਦਾ ਬਹੁਤ ਤਜਰਬਾ ਆ, ਉਹਨਾਂ ਨੂੰ ਇਹੀ ਕੁਐਸਚਨ ਆ ਵੀ ਜਿਹੜੇ ਉਹ 35-40 ਬੱਚੇ ਆ ਉਹਨਾਂ ਨੂੰ ਮੈਂ ਰੋਜ਼ ਖਿੱਚਦੀ ਆ, ਤੁਸੀਂ ਰਾਈਟਿੰਗ ਨਹੀਂ ਸੋਹਣੀ ਕੀਤੀ, ਤੁਸੀਂ ਪੜ੍ਹੇ ਨਹੀਂ। ਉਹ ਤਾਂ ਇਦਾਂ ਕਹਿੰਦੇ ਆ ਕਿ ਸਾਡੀ ਮੈਡਮ ਨੂੰ ਕਿਹੜਾ ਨੌਕਰੀ ਮਿਲ ਗਈ। ਚਲੋ ਮੈਂ ਦੱਸਦੀ ਤੁਹਾਨੂੰ, ਮੈਂ BSc ਨੌਨ ਮੈਡੀਕਲ ਆ, B.Ed ਆ, PGDC ਆ, MSc IT ਆ, ਹੋਰ ਜਦੋਂ ਤੱਕ ਸਾਹ ਆ, ਜਦੋਂ ਤੱਕ ਚੱਲਦੇ ਰਹਿਣਗੇ, ਇੱਛਾਵਾਂ ਰਹਿਣਗੀਆਂ, ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਚਲੋ ਡਿਗਰੀਆਂ ਗਿਣਾਉਣ ਨਹੀਂ ਆਏ। ਕੁਐਸਚਨ ਇੱਕ ਪੁੱਟ ਕਰਦੇ ਕਿ ਇੰਨੇ ਕੁ ਬੱਚੇ ਆ ਸਾਡੇ ਤੇ ਭਰੋਸਾ ਕਰਕੇ ਪੇਰੈਂਟਸ ਸਾਨੂੰ ਮੂੰਹ ਮੰਗੀ ਫੀਸ ਦਿੰਦੇ ਆ, ਹਨਾ, ਦਿੰਦੇ ਆ। ਸਾਰੇ ਪਿੰਡ ਦੇ ਬੱਚੇ ਸਾਡੇ ਕੋਲ, ਚਲੋ ਮੇਰੇ ਕੋਲ ਪੜ੍ਹਦੇ ਆ, ਮੂੰਹ ਮੰਗੀ ਫੀਸ ਦਿੰਦੇ ਆ ਸਾਨੂੰ, ਜਿੱਦਾਂ ਸਾਨੂੰ ਬਹੁਤ ਰਿਸਪੈਕਟ ਦਿੰਦੇ ਆ, ਬੜਾ ਪਿਆਰ ਕਰਦੇ ਆ, ਪਿੰਡ ਦੇ ਸਾਰੇ ਬਹੁਤ ਰਿਸਪੈਕਟ ਵੀ ਕਰਦੇ। ਬਸ ਇਹ ਚੀਜ਼ ਦੀ ਦਿਲ ਦੇ ਵਿੱਚ ਰਹਿੰਦੀ ਕਿ ਜਦੋਂ ਬੱਚੇ ਕਹਿੰਦੇ ਨਾ ਅਸੀਂ +2 ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾਣਾ ਆ, ਤੇ ਦਿਲ ਨੂੰ ਬੜੀ ਤਕਲੀਫ ਹੁੰਦੀ ਵੀ ਅਸੀਂ ਕਿਹੜੇ ਹੌਸਲੇ ਦੇ ਨਾਲ ਉਹਨਾਂ ਨੂੰ ਰੋਕੀਏ। ਇੱਥੇ ਵੋਟਾਂ ਤਾਂ ਚਲੋ ਠੀਕ ਆ, ਹੁਣ ਵੋਟਾਂ ਦਾ ਟਾਈਮ ਆ, ਹੁਣ ਆਪਾਂ ਨੂੰ ਵੀ ਪਤਾ ਹੀ ਅਗਲੇ 5 ਸਾਲ ਤੱਕ ਇੱਥੇ ਕਿਹਨੇ ਆਉਣਾ ਆ। ਸਰ ਮੈਂ MA ਕੀਤੀ ਹੋਈ ਆ, MA ਪੰਜਾਬੀ, BA B.Ed M.Ed ਕੀਤੀ ਹੋਈ ਆ ਮੈਂ। ਤੇ ਸਰ ਸਾਡੀ ਨੀਡ ਇਹੀ ਆ ਕਿ ਸਾਨੂੰ ਜੌਬਸ ਦਿਓ, ਸਾਨੂੰ ਫ੍ਰੀ ਆਫ ਕਾਸਟ ਜੋ ਤੁਸੀਂ ਚੀਜ਼ਾਂ ਦਿੰਦੇ ਉਹਨਾਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ। ਤੁਸੀਂ ਜੌਬ ਦਿਓਗੇ, ਅਸੀਂ ਕਮਾ ਕੇ ਆਪਣਾ ਖਾ ਸਕਦੇ ਹਾਂ ਉਹ ਚੀਜ਼ਾਂ, ਠੀਕ ਹੈ ਨਾ। ਸਾਨੂੰ ਜੌਬਸ ਚਾਹੀਦੀਆਂ ਤਾਂ ਜੌਬਸ ਪ੍ਰੋਵਾਈਡ ਕਰਵਾਈਆਂ ਜਾਣ ਸਾਨੂੰ। MA ਪੰਜਾਬੀ, B.Ed M.Ed PGDC ਉਹੀ ਸਰਕਾਰਾਂ ਰਹਿਣਗੀਆਂ, ਉਹੀ ਆਗੂ ਰਹਿਣਗੇ ਜਿਹੜੇ ਗਾਂ ਐਜੂਕੇਸ਼ਨ ਨੂੰ ਵੀ, ਹੈਲਥ ਨੂੰ ਵੀ, ਤੇ ਜਿਹੜੀ ਆ ਕਰਪਸ਼ਨ ਨੂੰ ਵੀ, ਤੇ ਜਿਹੜੇ ਸਿਸਟਮ ਨੂੰ ਸਹੀ ਕਰਨਗੇ। ਨਹੀਂ ਤਾਂ ਜਿੱਦਾਂ ਜੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਮੋਬਾਈਲ ਨੂੰ ਅਪਡੇਟ ਨਾ ਕਰੀਏ ਤੇ ਪਤਾ ਨਹੀਂ ਲੱਗਦਾ, ਇਦਾਂ ਹੀ ਗਾਂ ਫਿਰ ਜੇ MLA ਵੀ ਨਾ ਅਪਡੇਟ ਹੋਣਗੇ, ਸਰਕਾਰਾਂ ਵੀ ਨਾ ਅਪਡੇਟ ਹੋਣਗੇ ਤਾਂ ਫਿਰ ਆਊਟਡੇਟਡ ਹੋ ਜਾਣਗੇ।
ਇਹ ਰਹੂਗਾ ਉਹੀ ਜਿਹੜਾ ਸਮੇਂ ਦੇ ਲਿਹਾਜ਼ ਨਾਲ ਅਪਡੇਟ ਹੋਊਗਾ ਔਰ ਲੋਕਾਂ ਨੂੰ ਸਰਵਿਸ ਦੇਊਗਾ। ਮਾਪਿਆਂ ਨੇ ਬੜੇ ਔਖੇ ਹੋ ਕੇ ਕਰਜ਼ੇ ਚੱਕ ਕੇ ਡਿਗਰੀਆਂ, ਡਿਪਲੋਮੇ, ਮਾਸਟਰ ਡਿਗਰੀਆਂ ਕਰਵਾਈਆਂ, ਘਰ ਬੱਚੇ ਪੜ੍ਹੇ ਲਿਖੇ ਨੇ। ਕੀ ਕਾਰਨ ਹੈ ਕਿ ਉਹਨਾਂ ਦੇ ਲਈ ਰੋਜ਼ਗਾਰ ਦੇ ਪ੍ਰਬੰਧ ਹਜੇ ਤੱਕ ਨਹੀਂ ਹੋ ਸਕੇ? ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲ ਕੀ ਇਦਾਂ ਦੀ ਪਲਾਨ, ਮੰਨ ਲਓ ਸਰਕਾਰ ਬਣਦੀ ਹੈ ਤਾਂ ਕੀ ਲੋਕਾਂ ਦੇ ਰੋਜ਼ਗਾਰ ਦੇ ਲਈ ਕੋਈ ਨਾ ਕੋਈ ਹੱਲ ਕੱਢ ਸਕੋ ਜਿਹਦੇ ਨਾਲ ਸਾਡੇ ਬੱਚਿਆਂ ਦਾ ਪੰਜਾਬ ਦੇ ਨਾਲ ਮੋਹ ਬਣ ਸਕੇ ਤੇ ਇੱਥੋਂ ਤੰਗ ਹੋ ਕੇ ਇੱਥੋਂ ਦੌੜਨ ਨਾ। ਜੇ ਕਿਸੇ ਦਾ ਇੱਕ ਵੀ ਬੱਚਾ, ਕਿਸੇ ਦੀ ਇੱਕ ਧੀ ਵੀ ਹੈ, ਉਹ ਵੀ ਇਸ ਦੇਸ਼ ਨੂੰ, ਸੂਬੇ ਨੂੰ ਛੱਡ ਕੇ ਵਿਦੇਸ਼ ਨੂੰ ਜਾਣਾ ਚਾਹੁੰਦਾ, ਉਹ ਕੱਲੇ ਦੇ ਘਰ ਦੀ ਕਹਾਣੀਆਂ, ਇਹ ਬੜੇ ਦੁੱਖ ਦੀ ਗੱਲ ਹੈ। ਆਪ ਜੀ ਵੀ ਇਸ ਸੂਬੇ ਦੇ ਮਾਲਕ ਹੋ, ਅਸੀਂ ਤੁਹਾਨੂੰ ਆਸ ਕਰਦੇ ਹਾਂ ਕਿ ਤੁਸੀਂ ਮੁੱਖ ਮੰਤਰੀ ਬਣੋ। ਉਹਦੇ ਲਈ ਕੀ ਤੁਹਾਡੇ ਕੋਲ ਹੱਲ ਹੋਏਗਾ, ਕੀ ਤੁਸੀਂ ਸ਼ੋਰਟੀ ਦਿੰਦੇ ਹੋ? ਅੱਗੇ ਦੁਆਬੇ ਨੇ ਪਾਏ ਆ, ਆਹ ਜਿਹੜੀ ਕੋਠੀਆਂ ਪਾਈਆਂ ਨਾ, ਭਾਵੇਂ ਉੱਥੇ ਭਾਂਡੇ ਮਾਂਜ ਕੇ ਪਾਈਆਂ ਹੁਣ, ਇੱਥੇ ਦਿਖਾਉਂਦੇ ਯਾਰ ਏਡੀ ਵੱਡੀ ਕੋਠੀ ਪੈ ਗਈ ਉਹਨਾਂ ਦੇ। ਉੱਥੇ ਜਾ ਕੇ 15 20 ਘੰਟੇ ਕੰਮ ਕਰਦੇ ਆ। ਆਈ ਬੱਚੇ ਜਿਹੜੇ ਇੱਥੇ ਆਰਾਮ ਨਾਲ ਮੋਟਰਸਾਈਕਲਾਂ ਤੇ ਸੈਰ ਕਰਦੇ ਆ, ਇੱਥੇ ਉੱਥੇ ਇਹ ਜਿਹਾ ਮਾਹੌਲ ਦਿਖਾ ਦਿੱਤਾ ਲੋਕਾਂ ਨੂੰ ਸੁਪਨੇ। ਅੱਛਾ, ਜਿਹੜਾ ਫਸ ਜਾਂਦਾ ਉੱਥੇ ਹੈ, ਉਹ ਵਾਪਸ ਨਹੀਂ ਆ ਸਕਦਾ ਕਿਉਂਕਿ ਉਹਦੀ ਇੱਜ਼ਤ ਦਾ ਸਵਾਲ ਹੋ ਗਿਆ। ਉੱਥੇ ਜੋ ਹਾਲਾਤ ਦੇਖੇ, ਲੜਕੀਆਂ 5 6 ਬੇਸਮੈਂਟਾਂ 'ਚ ਰਹਿ ਕੇ ਇਹ ਜਿਹੀਆਂ ਛੋਟੇ ਕੰਮ ਕਰਦੇ ਆ। ਇੱਥੇ ਸੁਪਨਾ ਦਿਖਾਉਣ ਵਾਲੇ ਇੱਥੇ ਆਪਣਾ ਨਾ, ਆਪਣੇ ਪੰਜਾਬੀਆਂ 'ਚ ਇੱਕ ਭੇਡ ਚਾਲਾ ਜਿਹਦੇ ਮਗਰ ਲੱਗ ਜਾਣ, ਉਸੇ ਟਾਈਮ ਤੇ ਲੱਗ ਜਾਂਦੇ ਆ। ਉਹ ਐਡਾ ਵੱਡਾ ਦੇਸ਼ ਹੈ, ਉਹਨਾਂ ਨੂੰ ਇਕਨੋਮੀ ਨੂੰ ਡਿਵੈਲਪ ਕਰਨ ਵਾਲਾ ਕੋਈ ਨਹੀਂ ਹੈ। ਜੇ ਆਪਣੇ ਲੋਕ ਜਾਣਗੇ, ਫਾਇਦਾ ਕੀ ਹੈ ਆਪਣੇ ਪੰਜਾਬ ਦਾ ਤੇ ਦੇਸ਼ ਦਾ। ਸਭ ਤੋਂ ਜੇ ਜਾਣਗੇ ਉੱਥੇ ਪੈਸੇ ਕਮਾਉਣਗੇ। ਤੁਸੀਂ ਦੇਖੋ ਕੈਨੇਡਾ 'ਚ ਹੁਣ ਤੁਹਾਡੇ ਮੰਤਰੀ ਤੁਹਾਡੇ ਬੰਦੇ ਆ, ਤੁਹਾਡੇ ਆਪਣੇ ਬੰਦਾ ਕੰਟਰੋਲ ਕਿੰਨਾ ਹੋ ਗਿਆ। ਕਿੰਨੀ ਪਾਵਰ ਇੰਡੀਆ ਦੀ ਵੱਧ ਗਈ ਕੈਨੇਡਾ 'ਚ, ਕਿੰਨੀ ਪਾਵਰ ਵੱਧ ਗਈ ਆਪਣੇ ਇੰਗਲੈਂਡ 'ਚ, ਕਿੰਨੀ ਪਾਵਰ ਹੁਣ ਨਿਊਜ਼ੀਲੈਂਡ, ਆਸਟ੍ਰੇਲੀਆ ਵੱਧ ਗਈ। ਹੁਣ ਜਿਹੜਾ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਹੁੰਦਾ ਹੈ, ਦਿੱਲੀ ਉਤਰਨ ਤੋਂ ਪਹਿਲੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ, ਪਹਿਲਾਂ ਟੇਕਣ ਜਾਂਦਾ ਹੁੰਦਾ ਸੀ, ਵੋਟਾਂ ਕਰਕੇ, ਆਪਣੀ ਤਾਕਤ ਕਰਕੇ। ਸੋ ਜੇ ਬੱਚੇ ਦੁਨੀਆ 'ਚ ਜਾ ਕੇ ਕਮਾ ਕੇ ਆਪਣਾ ਪੈਰ ਖੜਾ ਕਰ, ਫੈਮਿਲੀ ਨੂੰ ਵਧਾ ਸਕਣ, ਕੋਈ ਗਲਤ ਨਹੀਂ ਹੈ। ਸਭ ਤੋਂ ਵੱਡੀ ਫੋਰਨ ਐਕਸਚੇਂਜ ਅਰਨਿੰਗ ਇੰਡੀਆ 'ਚ ਸਭ ਤੋਂ ਜ਼ਿਆਦੀ NRI ਰੀਪੈਟਰੀਏਸ਼ਨ ਹੈ ਹਿੰਦੁਸਤਾਨ 'ਚ ਇਨਕਮ। ਪਾਕਿਸਤਾਨ ਵੀ ਸਰਵਾਈਵ ਨਹੀਂ ਕਰਦਾ ਹੈ। ਸੋ ਆਪਣੀ ਕਈ ਲੋਕ ਤਾਂ ਜਿਵੇਂ ਚਾਈਨਾ ਕੋਈ ਸੀਮੈਂਟ ਐਕਸਪੋਰਟ ਕਰਦਾ, ਕਾਰਾਂ ਐਕਸਪੋਰਟ ਕਰਦਾ ਹੈ, ਇੰਡੀਆ ਕੋਲੇ ਮੈਨ ਪਾਵਰ ਐਕਸਪੋਰਟ ਦੀ ਬਹੁਤ ਵੱਡਾ ਪੋਟੈਂਸ਼ੀਅਲ ਹੈ। ਆਪਾਂ ਇਹਨੂੰ ਗਲਤ ਨਾ ਸਮਝੀਏ, ਆਪਾਂ ਗਲਤ ਲੈ ਲੈਂਦੇ ਹਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਆ ਰਿਹਾ, ਥੋੜੇ ਦਿਨਾਂ ਤੱਕ ਬੜੇ ਚਾਅ ਉਤਸ਼ਾਹ ਦੇ ਨਾਲ ਦੁਨੀਆ ਭਰ ਦੇ ਵਿੱਚ ਮਨਾਇਆ ਜਾਣਾ। ਜਿਹਨੇ ਕਿਹਾ ਸੀ ਕਿ ਪੜੋ ਜੁੜੋ, ਵਿਦਿਆ ਦੇ ਲਈ ਕਿਹਾ ਸੀਗਾ ਕਿ ਵਿਦਿਆ ਤੋਂ ਬਗੈਰ ਅੰਨਾ ਆ ਬੰਦਾ। ਤੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਅਗਲੇ ਮਹੀਨੇ ਆ ਰਿਹਾ, ਜਿਹਨੇ ਪੜਨ ਜੁੜਨ ਤੇ ਸੰਘਰਸ਼ ਕਰਨ ਦੀ ਗੱਲ ਕੀਤੀ ਹੈ। ਖਹਿਰਾ ਸਾਹਿਬ, ਤੇ ਅੱਜ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ, ਔਜਲਾ ਸਾਹਿਬ ਤੁਹਾਡੇ ਸਾਹਮਣੇ ਕਿ ਲੋਕ, ਬੱਚਿਆਂ ਨੇ, ਮਾਪਿਆਂ ਨੇ ਪੱਲੀਆਂ ਕੱਛਾਂ 'ਚ ਦੇ ਕੇ, ਦਾਤੀਆਂ ਕੱਛਾਂ 'ਚ ਦੇ ਕੇ, ਦਿਹਾੜੀ ਕਰਕੇ, ਮਜ਼ਦੂਰੀ ਕਰਕੇ, ਕਬਾੜ ਦਾ ਕੰਮ ਕਰਕੇ ਆਪਣੇ ਬੱਚੇ ਦਾ ਪੜਾਇਆ। ਪਰ ਅਫਸੋਸ ਹੁਣ ਉਹ ਕੰਨ ਕੀ ਤੇ ਲੜਕੀ ਨੇ, ਸਾਡੀ ਧੀ ਨੇ, ਸਾਡੀ ਬੱਚੀ ਨੇ ਦੁਹਾਈ ਪਾ ਕੇ ਕਿਹਾ, ਜਦੋਂ ਅਸੀਂ ਬੱਚਿਆਂ ਨੂੰ ਪੜਾਉਂਦੇ ਆ, ਉਹ ਬੱਚੇ ਸਵਾਲ ਕਰਦੇ ਆ, ਤੂੰ ਕਿਹੜਾ ਮਾਸਟਰ ਨਹੀਂ ਲੱਗ ਗਈ, 3500 ਦੀ ਆ। ਉਹ ਸਵਾਲ ਕਰਦੇ ਆ, ਕਿਹੜਾ ਤੈਨੂੰ 1.5 ਲੱਖ ਮਿਲਦਾ ਹੈ। ਨਿੱਕੇ ਬੱਚੇ ਸਵਾਲ। ਖਹਿਰਾ ਸਾਹਿਬ, ਸਤਿਗੁਰੂ ਰਵਿਦਾਸ ਮਹਾਰਾਜ ਤੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਦੀ, ਅੰਬੇਡਕਰ ਦੀ ਬਦੌਲਤ ਪੰਜਾਬ ਦੇ ਵਿੱਚ 34 MLA ਉਹ ਨੇ ਜਿਹੜੇ ਬਾਬਾ ਸਾਹਿਬ ਦੀ ਬਦੌਲਤ ਨੇ। ਤੇ ਬਾਬਾ ਸਾਹਿਬ ਦੇ ਬੱਚੇ ਅੱਜ ਤੁਹਾਡੇ ਸਾਹਮਣੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੱਚੇ ਤੁਹਾਡੇ ਸਾਹਮਣੇ ਦੁਹਾਈ ਦੇ ਕੇ ਕਹਿ ਰਹੇ ਨੇ ਕਿ ਬਾਬਾ ਸਾਹਿਬ ਦੀ ਬਦੌਲਤ ਅਸੀਂ ਪੜ੍ਹੇ ਆ। ਪਰ ਅਫਸੋਸ ਹੁਣ ਕੀ ਕਰੀਏ? ਤੇ ਉਹ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਸਾਡੇ ਵੱਲੋਂ ਜਿਤਾਏ ਵਿਧਾਇਕਾਂ ਦੀ ਸੀ, ਉਹ ਵਿਧਾਇਕਾਂ ਦੀ ਸੀ। ਪਰ ਇਹ ਹੈ ਕਿ ਬੱਚੇ ਦੁਹਾਈ ਦੇ ਕਹਿ ਰਹੇ ਨੇ। ਤੇ ਵੈਸੇ ਮੇਰੀ ਖਹਿਰਾ ਸਾਹਿਬ ਗੱਲ ਹੋਈ ਸੀ ਰਾਤ ਬੱਚਿਆਂ ਦੇ ਨਾਲ ਕਿ ਤੁਸੀਂ ਸਵਾਲ ਨਹੀਂ ਕਰਨਾ, ਪਰ ਜੇ ਕਿਤੇ 150 ਬੱਚਾ ਇੱਥੇ ਆ ਜਾਵੇ ਤਾਂ ਉਹ ਬਹੁਤਾ ਠੀਕ ਔਖਾ ਹੋ ਜਾਣਾ। ਪਰ ਇਦੋਂ ਵੀ ਵੱਧ ਬੱਚੇ ਜਿਹੜੇ ਉਹ ਪੜ੍ਹੇ ਲਿਖੇ ਨੇ। ਅਫਸੋਸ ਕਿਤੇ ਜਿੱਥੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਸੁਪਨਾ, ਮਿਸ਼ਨਰੀ ਲੋਕ, ਔਜਲਾ ਸਾਹਿਬ, ਗੜਾ ਸਾਹਿਬ, ਪੰਮੀ ਰੁੜਕਾ, ਤੀਰਥ ਰਾਜਪੁਰਾ ਜੀ, ਸਾਰਿਆਂ ਨੇ ਸਮਝਾ ਕੇ ਹੁਣ ਤੱਕ ਇਹ ਕਿਹਾ ਕਿ ਪੜ੍ਹ ਲਓ। ਇੱਥੇ ਤੱਕ ਸਮਾਜ ਨੂੰ ਲੈ ਕੇ ਆਏ ਆ। ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਬਣਾਏ ਹੋਏ MLA ਵਿਧਾਇਕਾਂ ਦੇ ਸਿਰ ਲਾਂਭਾ ਨਾ ਚੱਲ ਜਵੇ ਬਈ ਲੋਕਾਂ ਨੇ ਤਾਂ ਪੜ੍ਹਾ ਲਏ ਸੀਗੇ, ਪਰ ਸਾਡੇ ਕੋਲੋਂ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਹੋਈਆਂ, ਤੇ ਜਿਹਦੇ ਕਰਕੇ ਸਾਡੇ ਬੱਚੇ, ਆਉਣ ਵਾਲੀ ਪੀੜ੍ਹੀ
ਉਹ ਪੜ੍ਹਾਈ ਵੱਲੋਂ ਮੂੰਹ ਮੋੜ ਰਹੇ ਨੇ, ਵੱਡਿਆਂ ਨੂੰ ਸਵਾਲ ਕਰ ਰਹੇ ਨੇ। ਜਿਹੜੇ ਪੜ੍ਹੇ ਲਿਖੇ ਵੀ ਨੇ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ। ਜਿਸ ਧੀ ਨੂੰ ਮਾਂ ਬੱਸ ਅੱਡੇ ਤੱਕ ਬੱਸੇ ਚੜਾਉਣ ਦੇ ਵਾਸਤੇ ਮਾਂ ਨਾਲ ਜਾਂਦੀ ਆ, ਧੀ ਨੂੰ ਨਾਲ ਜਾਂਦੀ ਹੈ, ਧੀ ਨੂੰ ਕਿ ਮੈਂ ਬੱਸ ਅੱਡੇ ਦੇ ਵਿੱਚ ਚੜ੍ਹ ਕੇ ਆਵਾਂ, ਰਸਤੇ ਦੇ ਵਿੱਚ ਮੈਂ ਨਾਲ ਜਾਂਦੀ ਆ। ਤੇ ਕਿਸ ਜਿਗਰੇ ਦੇ ਨਾਲ ਉਹ ਮਾਪੇ, ਕਿਸ ਜਿਗਰੇ ਦੇ ਨਾਲ ਉਹ ਮਾਪੇ ਆਪਣੀ ਧੀ ਨੂੰ 에ਅਰਪੋਰਟ ਤੇ ਚਾੜ ਕੇ ਕਹਿ ਦਿੰਦੇ ਨੇ, ਜਾ ਧੀਏ ਤੇਰਾ ਰੱਬ ਰੱਖਾ, ਜਾ ਧੀਏ ਤੇਰਾ ਰੱਬ ਰੱਖਾ। ਕਿਸ ਜਿਗਰੇ ਨਾਲ ਮਾਪੇ ਕਹਿੰਦੇ ਹੋਣਗੇ। ਮੇਰੇ ਦੋ ਬੇਟੇ ਇੱਥੇ ਸਾਡੇ ਸਾਰੇ ਮਹੱਲੇ ਦੇ, ਸਾਰੇ ਪਿੰਡ ਦੇ, ਸਾਡੇ ਹਲਕੇ ਦੇ, ਸਾਡੇ ਆਪਣੇ ਬੱਚੇ ਨੇ। ਜੇ ਇਸ ਉਮਰ ਦੇ ਵਿੱਚ ਬੱਚਿਆਂ ਦੇ ਵਿਆਹ ਕਰਨੇ ਅਸੀਂ ਤੇ ਉਹ ਕੋਈ ਜਰਮਨ ਨੂੰ ਫੈਲ ਚੱਕੀ ਫਿਰਦਾ ਤੇ ਕੋਈ ਦੁਬਈ ਨੂੰ ਫੈਲ ਚੱਕੀ ਫਿਰਦਾ। ਇੱਥੇ ਸਾਡੇ ਚੌਕੀਦਾਰ ਰੋਜ਼ ਤੁਸੀਂ ਦੇਖੋਗੇ, ਚੌਕੀਦਾਰ ਜੀ ਹੱਥ ਖੜਾ ਕਰਿਓ, ਚੌਕੀਦਾਰ ਜੀ ਦਾਤੀ ਪੱਲੀ ਹਾਲੇ ਤੱਕ ਨਹੀਂ ਨਾ ਕੋਲੋਂ ਛੁੱਟੀ। ਬੱਚਾ ਪਾਲ ਕੇ ਮੱਝਾਂ ਇੱਕ ਮੱਝ ਪਾਲੀ ਆ, ਉਹ ਸਮੈਸਟਰ ਦਾ ਖਰਚਾ ਦੇਤਾ, ਫੀਸ ਦੇਤੀ ਹੈ ਤੇ ਡਿਗਰੀਆਂ ਡਿਪਲੋਮੇ ਕੀਤੇ। ਕੋਈ ਉਹਨਾਂ ਨੂੰ ਬੱਚਿਆਂ ਨੂੰ 6000 ਤੇ ਰੱਖਣ ਨੂੰ ਤਿਆਰ ਨਹੀਂ। ਬਿਜਲੀ ਬੋਰਡ 'ਚ ਪਿੱਛੇ ਜੇ ਰੱਖਿਆ ਸੀਗਾ 7000 ਤੇ, ਪਿੱਛੇ ਜੇ ਕੱਢ ਦਿੱਤਾ ਤੇ ਹੁਣ ਫੇਰ ਬੇਰੁਜ਼ਗਾਰ ਵਾ। ਦੁਹਾਈ ਦਿੰਦੇ ਬੱਚੇ ਮੇਰੇ ਕੋਲ ਰੋਜ਼ਾਨਾ ਆਉਂਦੇ, ਰੋਜ਼ਾਨਾ ਸਾਡੇ ਨਾਲ ਮੀਟਿੰਗਾਂ ਹੁੰਦੀਆਂ। ਖਹਿਰਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਬਚਾ ਲਈਏ, ਬਾਬਾ ਸਾਹਿਬ ਦਾ ਸੰਕਲਪ ਬਚਾ ਲਈਏ। ਸੱਚੀ ਮੁੱਚੀ ਬਹੁਤ ਔਖੇ ਹੋ ਕੇ ਮਿਸ਼ਨਰੀ ਲੋਕਾਂ ਨੇ ਇੱਥੇ ਤੱਕ ਸਮਾਜ ਨੂੰ ਲੈ ਕੇ ਆਂਦਾ। ਆਓ ਸੱਚੀ ਮੁੱਚੀ ਇਹ ਬੱਚੇ ਪਨੀਰੀ ਬਚਾ ਲਈਏ, ਕਿਤੇ ਇਹ ਨਾ ਹੋਵੇ ਇਹ ਬੱਚੇ ਪੜ੍ਹਾਈ ਤੋਂ ਮੁੱਖ ਮੋੜ ਕੇ ਪਿੱਛੇ ਨੂੰ ਚਲ ਜਾਣ।